ਲਓ ਜੀ, ਪੇਸ਼ ਹੈ ਜਲੰਧਰ ਬਾਈਪਾਸ ਦੀ ਕਹਾਣੀ ਬਰਸਾਤ ਐਪੀਸੋਡ 2। ਹੁਣ ਤੱਕ ਤੁਸੀਂ ਸੁਣਿਆ, ਦਿਲਰਾਜ ਇੱਕ ਗਰੀਬ ਕਿਸਾਨ ਦਾ ਪੁੱਤਰ ਹੈ ਜੋ ਟੈਕਸੀ ਡਰਾਈਵਰ ਹੈ। ਇੱਕ ਰਾਤ ਅੰਮ੍ਰਿਤਸਰ ਏਅਰਪੋਰਟ 'ਤੇ ਇੱਕ ਅਧਖੜ ਉਮਰ ਦੀ ਜੋੜੀ ਰੂਪੀ ਸਵਾਰੀ ਮਿਲਦੀ ਹੈ ਜੋ ਪੰਜਾਬ ਘੁੰਮਣ ਆਏ ਹਨ। ਦਿਲਰਾਜ ਦੀ ਗੱਡੀ 1 ਮਹੀਨੇ ਲਈ ਉਹਨਾਂ ਨਾਲ ਬੁੱਕ ਹੋ ਜਾਂਦੀ ਹੈ। ਦਿਲਰਾਜ ਉਹਨਾਂ ਦਾ ਸਮਾਨ ਚੁੱਕ ਕੇ ਹੋਟਲ ਵਿੱਚ ਉਹਨਾਂ ਨਾਲ ਚਲਿਆ ਜਾਂਦਾ ਹੈ। ਹੁਣ ਇਸ ਤੋਂ ਅੱਗੇ ਦਿਲਰਾਜ ਨੂੰ ਹੋਰ ਕੀ ਚਾਹੀਦਾ ਸੀ। ਉਸਨੇ ਗੱਡੀ ਉੱਥੇ ਹੀ ਲੌਕ ਕਰ ਦਿੱਤੀ ਅਤੇ ਸਮਾਨ ਚੁੱਕ ਕੇ ਉਹਨਾਂ ਦੇ ਮਗਰ ਚੱਲ ਪਿਆ। ਸੇਠ ਨੇ ਬੁਕਿੰਗ ਕਰਵਾ ਲਈ। ਇੱਕ ਕਮਰਾ ਦਿਲਰਾਜ ਲਈ ਅਤੇ ਇੱਕ ਉਹਨਾਂ ਆਪਣੇ ਲਈ ਬੁੱਕ ਕਰਵਾਇਆ। ਰਾਤ ਨੂੰ ਵਧੀਆ ਖਾਣਾ ਦਿਲਰਾਜ ਲਈ ਵੀ ਕਮਰੇ ਵਿੱਚ ਆ ਗਿਆ। ਰਾਤ ਕਾਫੀ ਹੋ ਚੁੱਕੀ ਸੀ। ਉਸਨੇ ਘਰੋਂ ਲਿਆਂਦੀ ਰੋਟੀ ਤਾਂ ਖਾਧੀ ਸੀ, ਪਰ ਲਜ਼ੀਜ਼ ਖਾਣਾ ਦੇਖ ਕੇ ਉਸ ਤੋਂ ਰਿਹਾ ਨਾ ਗਿਆ। ਉਸਨੇ ਜੀ ਭਰ ਕੇ ਖਾਧਾ ਅਤੇ ਆਰਾਮ ਨਾਲ ਸੌਂ ਗਿਆ। ਸਵੇਰੇ ਉੱਠਿਆ, ਲਗਜ਼ਰੀ ਬਾਥਰੂਮਾਂ ਵਿੱਚ ਨਹਾਤਾ, ਨਾਸ਼ਤਾ ਕਮਰੇ ਵਿੱਚ ਆ ਗਿਆ। ਨਾਸ਼ਤਾ ਕਰ ਉਹ ਤਿਆਰ ਹੋ ਗਿਆ। ਸੇਠ ਦਾ ਸੁਨੇਹਾ ਆ ਗਿਆ ਕਿ ਹੁਣ ਜਾਣਾ ਹੈ। ਉਹ ਬਾਹਰ ਗਿਆ ਅਤੇ ਗੱਡੀ ਤਿਆਰ ਕਰਕੇ ਖੜੀ ਕਰ ਦਿੱਤੀ। ਸੇਠ ਤੇ ਉਹਦੀ ਘਰਵਾਲੀ ਹੋਟਲ ਤੋਂ ਬਾਹਰ ਨਿਕਲ ਗੱਡੀ ਵੱਲ ਆ ਰਹੇ ਸਨ। ਰਾਤ ਤਾਂ ਹਨੇਰੇ ਵਿੱਚ ਬਹੁਤਾ ਨਹੀਂ ਪਤਾ ਲੱਗਾ, ਪਰ ਸੇਠ ਹੈ ਬੜਾ ਰੂਪਦਾਰ ਸੀ ਅਤੇ ਉਸ ਦੀ ਘਰਵਾਲੀ ਵੀ ਬੜੀ ਖੂਬਸੂਰਤ ਸੀ। ਮਹਿੰਗੇ ਗਹਿਣੇ ਪਹਿਨੇ ਹੋਏ ਸਨ ਅਤੇ ਮਟਕ ਕੇ ਸੇਠ ਦੇ ਨਾਲ ਤੁਰ ਰਹੀ ਸੀ। ਦੋਵੇਂ ਗੱਡੀ ਵਿੱਚ ਆਣ ਬੈਠੇ। ਦਿਲਰਾਜ ਉਹਨਾਂ ਨੂੰ ਪਹਿਲਾਂ ਹਰਿਮੰਦਰ ਸਾਹਿਬ ਲੈ ਗਿਆ। ਇੱਥੇ ਸੇਠ ਨੇ ਸਭ ਕੁਝ ਦੇਖਦਿਆਂ ਸ਼ਾਮਾਂ ਪਾ ਦਿੱਤੀਆਂ ਅਤੇ ਉੱਥੋਂ ਹੀ ਸ਼ਾਮ ਨੂੰ ਹੋਟਲ ਵਾਪਸ ਆ ਗਏ। ਦੂਸਰੇ ਦਿਨ ਦੁਰਗਿਆਨਾ ਮੰਦਰ, ਜਲਿਆਂਵਾਲਾ ਬਾਗ ਆਦਿ ਥਾਵਾਂ ਦੇਖੀਆਂ ਅਤੇ ਸ਼ਾਮ ਨੂੰ ਵਾਹਗਾ ਬਾਰਡਰ 'ਤੇ ਪਰੇਡ ਦੇਖੀ। ਖਾਲਸਾ ਕਾਲਜ ਜਿਹਾ ਅਦਭੁਤ ਭਵਨ ਨਿਰਮਾਣ ਦੇਖਿਆ ਅਤੇ ਦੇਰ ਰਾਤ ਗਏ ਹੋਟਲ ਵਾਪਸ ਪਹੁੰਚੇ। ਤੀਸਰੇ ਦਿਨ ਸੇਠ ਦੀ ਘਰਵਾਲੀ ਨੇ ਸ਼ਹਿਰ ਵਿੱਚ ਹੀ ਸ਼ਾਪਿੰਗ ਕੀਤੀ। ਭੱਲੇ, ਪਕੌੜੇ ਅਤੇ ਹੋਰ ਅੰਮ੍ਰਿਤਸਰੀ ਪਕਵਾਨਾਂ ਦਾ ਸਵਾਦ ਲਿਆ। ਰਾਤ ਨੂੰ ਨਾਟਸ਼ਾਲਾ ਵਿੱਚ ਪੰਜਾਬ ਦੇ ਰੰਗਮੰਚ ਦਾ ਆਨੰਦ ਮਾਣਿਆ। ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕਰਨ ਲੱਗੇ। ਮਸ਼ਹੂਰ ਥਾਵਾਂ ਅਤੇ ਦੇਖਣਯੋਗ ਥਾਵਾਂ ਦਾ ਆਨੰਦ ਮਾਣਨ ਲੱਗੇ। ਦਿਲਰਾਜ ਦੀ ਵੀ ਕੋਸ਼ਿਸ਼ ਇਹੋ ਸੀ ਕਿ ਇਹਨਾਂ ਨੂੰ ਪੰਜਾਬ ਦੀ ਹਰ ਇੱਕ ਥਾਂ ਦਿਖਾਈ ਜਾਵੇ ਜੋ ਦੇਖਣ ਲਾਇਕ ਹੈ। ਮਹਿਜ 1.5 ਹਫ਼ਤਾ ਬੀਤਦਿਆਂ ਹੀ ਉਹਨਾਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਮਸ਼ਹੂਰ ਥਾਵਾਂ ਦੇਖ ਲਈਆਂ ਤੇ ਅੱਜ ਅਨੰਦਪੁਰ ਸਾਹਿਬ ਤੋਂ ਸਿੱਧਾ ਚੰਡੀਗੜ੍ਹ ਦਾ ਰੁਖ ਕੀਤਾ। ਹਫ਼ਤੇ ਭਰ ਤੋਂ ਪੈਂਦੀ ਤੇਜ਼ ਗਰਮੀ ਨੇ ਵੀ ਵੱਟ ਕੱਢੇ ਪਏ ਸਨ। ਅੱਜ ਅਸਮਾਨ ਵਿੱਚ ਫਿਰ ਹਲਕੀ ਬੱਦਲਵਾਈ ਹੋਣ ਕਰਕੇ ਥੋੜ੍ਹੀ ਜਿਹੀ ਮੌਸਮ ਵਿੱਚ ਤਬਦੀਲੀ ਆਈ। ਜ਼ੋਰ ਦੀ ਹਨੇਰੀ ਚੱਲ ਰਹੀ ਸੀ ਜਦ ਉਹ ਚੰਡੀਗੜ੍ਹ ਪਹੁੰਚੇ। ਹੋਟਲ ਵਿੱਚ ਕਮਰੇ ਬੁੱਕ ਕਰਵਾਏ ਗਏ। ਅਗਲਾ ਸਾਰਾ ਹਫ਼ਤਾ ਉਹਨਾਂ ਚੰਡੀਗੜ੍ਹ ਹੀ ਰਹਿਣ ਦਾ ਮਨ ਬਣਾਇਆ ਹੋਇਆ ਸੀ। ਕੱਲ੍ਹ ਸ਼ਾਮ ਤੱਕ ਉਹਨਾਂ ਦੀ ਬੇਟੀ ਨੇ ਵੀ ਆ ਜਾਣਾ ਸੀ, ਜੋ ਛੁੱਟੀਆਂ ਲੇਟ ਹੋਣ ਕਰਕੇ ਨਾਲ ਨਹੀਂ ਸੀ ਆ ਸਕੀ। ਪਰਸੋਂ ਬੇਟੀ ਦਾ ਜਨਮ ਦਿਨ ਸੀ ਜੋ ਉਹਨਾਂ ਚੰਡੀਗੜ੍ਹ ਵਿੱਚ ਮਨਾਉਣ ਦਾ ਫੈਸਲਾ ਕਰ ਰੱਖਿਆ ਸੀ। ਫਿਰ ਚੰਡੀਗੜ੍ਹ ਵਿੱਚ ਘੁੰਮਣ ਤੋਂ ਬਾਅਦ ਉਹਨਾਂ ਹਿਮਾਚਲ ਦਾ ਰੁਖ ਕਰਨਾ ਸੀ। ਰਾਤ ਨੂੰ ਸੇਠ ਨੇ ਦਿਲਰਾਜ ਨੂੰ ਦੱਸਿਆ ਕਿ ਕੱਲ੍ਹ PGI ਦੇ ਇੱਕ ਮਿੱਤਰ ਡਾਕਟਰ ਨਾਲ ਅਪੁਆਇੰਟਮੈਂਟ ਹੈ। ਇੱਥੇ ਮੇਮ ਸਾਹਿਬ ਦਾ ਚੈੱਕਅਪ ਹੋਣਾ ਹੈ, ਜੋ 3 ਮਹੀਨੇ ਪਹਿਲਾਂ ਇੱਕ ਸੀਰੀਅਸ ਬਿਮਾਰੀ ਸਹੇੜ ਬੈਠੇ ਸਨ। ਚੈੱਕਅਪ ਤੋਂ ਬਾਅਦ ਸ਼ਾਮ ਨੂੰ ਸਾਰਿਆਂ ਨੇ ਬੇਟੀ ਨੂੰ ਲੈਣ ਅੰਮ੍ਰਿਤਸਰ ਏਅਰਪੋਰਟ ਜਾਣਾ ਹੈ। ਰਾਤ ਨੂੰ ਹਲਕੀ ਬੂੰਦਾਬਾਂਦੀ ਸ਼ੁਰੂ ਹੋ ਗਈ, ਪਰ ਸਵੇਰੇ ਅਸਮਾਨ ਸਾਫ਼ ਹੋ ਗਿਆ। ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਤੋਂ ਬਾਅਦ ਮੁੜ ਕੇ ਤਿੱਖੀ ਗਰਮੀ ਫਿਰ ਸ਼ੁਰੂ ਹੋ ਗਈ। ਸੇਠ ਦੀ ਘਰਵਾਲੀ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਕੁਝ ਟੈਸਟ ਕਰਨ ਲਈ ਕਿਹਾ ਅਤੇ ਜਦੋਂ ਤੱਕ ਟੈਸਟ ਮੁਕੰਮਲ ਨਹੀਂ ਹੋ ਜਾਂਦੇ ਉਹਨਾਂ ਨੂੰ ਉੱਥੇ ਰੁਕਣ ਲਈ ਕਿਹਾ ਗਿਆ।
ਸੇਠ ਦੀ ਘਰਵਾਲੀ ਨੂੰ ਐਡਮਿਟ ਕਰ ਲਿਆ ਗਿਆ ਅਤੇ ਰਾਤ ਤੱਕ ਟੈਸਟ ਮੁਕੰਮਲ ਹੋਣ ਦਾ ਅਨੁਮਾਨ ਲਾਇਆ ਗਿਆ। ਸੇਠ ਨੂੰ ਹੁਣ ਉੱਥੇ ਹੀ ਰੁਕਣਾ ਪੈਣਾ ਸੀ ਅਤੇ ਉਸ ਨੂੰ ਸ਼ਾਮ ਤੋਂ ਪਹਿਲਾਂ ਹੀ ਦਿਲਰਾਜ ਨੂੰ ਆਪਣੇ ਕੋਲ ਬੁਲਾ ਕੇ ਬੇਟੀ ਨੂੰ ਅੰਮ੍ਰਿਤਸਰ ਤੋਂ ਲਿਆਉਣ ਦੀ ਜ਼ਿੰਮੇਵਾਰੀ ਲਾਈ। ਚੰਡੀਗੜ੍ਹ ਤੇ ਫਿਰ ਬੱਦਲ ਘੇਰ ਆਏ ਸਨ। ਦਿਲਰਾਜ ਦੇ ਤੁਰਨ ਤੋਂ ਪਹਿਲਾਂ ਹੀ ਬਾਰਿਸ਼ ਸ਼ੁਰੂ ਹੋ ਗਈ। ਦਰਮਿਆਨੀ ਬਾਰਿਸ਼ ਹੋਣ ਕਰਕੇ ਗੱਡੀ ਹੌਲੀ-ਹੌਲੀ ਚੱਲ ਰਹੀ ਸੀ, ਪਰ ਫਿਰ ਵੀ ਉਹ 6 ਵਜੇ ਤੱਕ ਅੰਮ੍ਰਿਤਸਰ ਪਹੁੰਚ ਗਿਆ। ਫਲਾਈਟ 7 ਵਜੇ ਦੀ ਸੀ। ਵੈਸੇ ਤਾਂ ਗਰਮੀਆਂ ਨੂੰ 7 ਵਜੇ ਅਜੇ ਕਾਫੀ ਦਿਨ ਹੁੰਦਾ ਹੈ, ਪਰ ਅੱਜ ਬਾਰਿਸ਼ ਕਰਕੇ ਪਹਿਲਾਂ ਹੀ ਹਨੇਰਾ ਜਿਹਾ ਲੱਗ ਰਿਹਾ ਸੀ। ਸੇਠ ਨੇ ਸਵੇਰੇ ਹੀ PCO ਤੋਂ ਫੋਨ ਕਰਕੇ ਬੇਟੀ ਨੂੰ ਸਭ ਕੁਝ ਦੱਸ ਦਿੱਤਾ ਸੀ, ਪਰ ਦਿਲਰਾਜ ਫਿਰ ਵੀ ਕੋਈ ਗਲਤੀ ਨਾ ਹੋ ਜਾਵੇ ਏਅਰਪੋਰਟ ਦੇ ਮੁੱਖ ਦਰਵਾਜ਼ੇ ਤੇ ਖੜਾ ਉਡੀਕ ਕਰ ਰਿਹਾ ਸੀ। 7:15 ਵਜੇ ਬਹੁਤ ਸਾਰੀ ਭੀੜ ਹੋ ਗਈ। ਕਈ ਲੋਕ ਹੱਥਾਂ ਵਿੱਚ ਬੈਗ ਫੜੀ, ਕੁਝ ਅਟੈਚੀ ਘੜੀਸੀ ਆ ਰਹੇ ਸਨ। ਦਿਲਰਾਜ ਉੱਥੇ ਖੜਾ ਹਰ ਇੱਕ ਨੂੰ ਬੜੀ ਗੌਰ ਨਾਲ ਦੇਖ ਰਿਹਾ ਸੀ। ਹੌਲੀ-ਹੌਲੀ ਭੀੜ ਖਤਮ ਹੋ ਗਈ। ਹੁਣ ਕੋਈ ਟਾਵਾਂ ਹੀ ਆ ਰਿਹਾ ਸੀ। ਦਿਲਰਾਜ ਬੜਾ ਪਰੇਸ਼ਾਨ ਹੋਇਆ, ਕਿਉਂਕਿ ਜਿਸ ਦੀ ਉਹ ਉਡੀਕ ਕਰ ਰਿਹਾ ਸੀ ਉਹ ਅਜੇ ਤੱਕ ਨਹੀਂ ਆਈ ਸੀ। ਫਿਰ ਟਾਵੇਂ ਆਉਣੇ ਵੀ ਬੰਦ ਹੋ ਗਏ, ਪਰ ਸੇਠ ਦੀ ਬੇਟੀ ਨਾ ਆਈ। ਉਹ ਅੰਦਰ ਨੂੰ ਗਿਆ ਤਾਂ ਕੁਝ ਯਾਤਰੀ ਸੀਟਾਂ 'ਤੇ ਵੀ ਬੈਠੇ ਸਨ। ਉਹ ਗੌਰ ਨਾਲ ਕੱਲੇ ਨੂੰ ਦੇਖਣ ਲੱਗਾ, ਪਰ ਉੱਥੇ ਵੀ ਸੇਠ ਦੀ ਬੇਟੀ ਨਜ਼ਰ ਨਾ ਆਈ। ਉਹ ਵਾਪਸ ਆ ਗਿਆ ਤਾਂ ਉੱਥੇ ਇੱਕ ਖੂਬਸੂਰਤ ਕੁੜੀ ਹੱਥ ਵਿੱਚ ਤਖਤੀ ਫੜੀ ਖੜੀ ਕਿਸੇ ਜਨਾਨੀ ਨਾਲ ਗੱਲਾਂ ਕਰ ਰਹੀ ਸੀ। ਹੱਥ ਵਿੱਚ ਫੜੀ ਛੋਟੀ ਜਿਹੀ ਤਖਤੀ 'ਤੇ ਕੁਝ ਲਿਖਿਆ ਹੋਇਆ ਸੀ, ਜੋ ਦਿਲਰਾਜ ਨੂੰ ਪੜ੍ਹਨਾ ਨਹੀਂ ਸੀ ਆਉਂਦਾ। ਕਿਤੇ ਇਹ ਸੇਠ ਦੀ ਕੁੜੀ ਤਾਂ ਨਹੀਂ, ਉਹ ਖੜਾ ਸੋਚਣ ਲੱਗਾ। ਪਰ ਉਸਨੇ ਤਾਂ ਕੱਲੀ ਨੇ ਆਉਣਾ ਸੀ, ਇਹ ਤਾਂ ਇਸ ਦੀ ਮਾਂ ਨਾਲ ਹੈ। ਲੱਗਦਾ ਇਹ ਹੋਰ ਕੋਈ ਹੈ। ਉਹ ਫਿਰ ਅੰਦਰ ਚਲਾ ਗਿਆ। 2 ਮਿੰਟ ਉੱਥੇ ਆਲਾ ਦੁਆਲਾ ਦੇਖਿਆ। ਸਾਹਮਣੇ ਸੀਟ 'ਤੇ ਇੱਕ ਕੁੜੀ ਅਟੈਚੀ ਫੜੀ ਬੈਠੀ ਸੀ। ਉਹ ਯਕਦਾ ਹੋਇਆ ਉਸ ਕੋਲ ਗਿਆ ਅਤੇ ਸਾਹਮਣੇ ਜਾ ਕੇ ਪੁੱਛਣ ਲੱਗਾ, ਕਿਆ ਤੁਮਨੇ ਚੰਡੀਗੜ੍ਹ ਜਾਣਾ ਹੈ? ਪਰ ਉਹ ਕੁੜੀ ਮੁਸਕਰਾ ਕੇ ਪੰਜਾਬੀ ਵਿੱਚ ਬੋਲੀ, ਨਹੀਂ ਭਈਆ ਜੀ, ਮੈਂ ਤਾਂ ਇੱਥੇ ਅੰਮ੍ਰਿਤਸਰ ਦੀ ਹੀ ਹਾਂ। ਸੁਣ ਕੇ ਦਿਲਰਾਜ ਇੱਕਦਮ ਬੋਲਿਆ, ਮੈਂ ਵੀ ਭਈਆ ਨਹੀਂ ਹੈਗਾ। ਇੰਨਾ ਕਹਿ ਕੇ ਉਹ ਫਿਰ ਬਾਹਰ ਆ ਗਿਆ। ਉਹ ਬਹੁਤ ਪਰੇਸ਼ਾਨ ਹੋ ਗਿਆ ਸੀ। ਬਾਰਿਸ਼ ਅੱਗੇ ਨਾਲੋਂ ਵੀ ਤੇਜ਼ ਹੋ ਗਈ ਸੀ। ਉਹ ਕੁੜੀ ਅਤੇ ਉਸ ਦੀ ਮਾਂ ਉੱਥੇ ਹੀ ਖੜੀਆਂ ਸਨ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ। ਉਹ ਫਿਰ ਅੰਦਰ ਦੇਖਣ ਲੱਗਾ। ਇੰਨੀ ਦੇਰ ਨੂੰ ਇੱਕ ਮਾਰੂਤੀ ਕਾਰ ਉੱਥੇ ਆ ਕੇ ਰੁਕੀ। ਉਹ ਸੋਚਣ ਲੱਗਾ ਕਿ ਇਹਨਾਂ ਮਾਵਾਂ ਧੀਆਂ ਨੂੰ ਤਾਂ ਲੈਣ ਆ ਗਿਆ ਕੋਈ, ਪਰ ਉਸ ਦੀ ਸਵਾਰੀ ਪਤਾ ਨਹੀਂ ਕਿੱਥੇ ਰਹਿ ਗਈ। ਉਹ ਕੁੜੀ ਉਸ ਨੂੰ ਬਹੁਤ ਪਿਆਰੀ ਲੱਗੀ ਸੀ। ਬਿਲਕੁਲ ਐਕਟਰਨੀਆਂ ਵਰਗੀ ਸੀ। ਐਕਟਰਨੀਆਂ ਵਾਂਗੂ ਹੀ ਕੱਪੜੇ, ਜੀਨ ਅਤੇ ਟੀ-ਸ਼ਰਟ ਪਾਈ ਹੋਈ ਸੀ। ਉਹ ਹੁਣ ਜਾ ਰਹੀ ਸੀ ਤਾਂ ਦਿਲਰਾਜ ਜਿਵੇਂ ਆਖਰੀ ਵਾਰ ਉਸ ਨੂੰ ਜਾਣ ਲੱਗੀ ਨੂੰ ਦੇਖਣ ਲੱਗਾ। ਕੋਈ ਬੰਦਾ ਕਾਰ ਵਿੱਚੋਂ ਬਾਹਰ ਨਿਕਲ ਕੇ ਆਇਆ ਤੇ ਉਹਨਾਂ ਕੋਲ ਖੜਾ ਹੋ ਗੱਲਾਂ ਕਰਨ ਲੱਗਾ। ਦਿਲਰਾਜ ਨੇ ਫਿਰ ਅੰਦਰ ਵੱਲ ਦੇਖਿਆ। ਸੇਠ ਦੀ ਕੁੜੀ ਦਾ ਕਿਤੇ ਨਾਮੋ ਨਿਸ਼ਾਨ ਨਹੀਂ ਸੀ। ਉਹ ਫਿਰ ਉਸ ਕੁੜੀ ਨੂੰ ਨਿਹਾਰਨ ਲੱਗਾ। ਪਤਾ ਨਹੀਂ ਅੱਜ ਤੱਕ ਉਸਨੇ ਕਿਸੇ ਕੁੜੀ ਵੱਲ ਇਸ ਤਰ੍ਹਾਂ ਨਹੀਂ ਸੀ ਦੇਖਿਆ, ਪਰ ਇਸ ਕੁੜੀ ਵਿੱਚ ਪਤਾ ਨਹੀਂ ਇਸ ਤਰ੍ਹਾਂ ਦਾ ਕੀ ਸੀ ਕਿ ਉਸ ਦੀ ਨਿਗਾਹ ਮੱਲੋ ਮੱਲੀ ਉਸ ਵੱਲ ਜਾ ਰਹੀ ਸੀ। ਫਿਰ ਉਸਨੇ ਅੰਦਰ ਤੱਕਿਆ ਤਾਂ ਸਾਹਮਣੇ ਇੱਕ ਕੁੜੀ ਅਟੈਚੀ ਘੜੀਸੀ ਆ ਰਹੀ ਸੀ। ਲੱਗਦਾ ਇਹੋ ਸੇਠ ਦੀ ਕੁੜੀ ਹੈ। ਉਹ ਅੰਦਰ ਨੂੰ ਗਿਆ ਤਾਂ ਦੇਖਿਆ ਉਸ ਨਾਲ ਇੱਕ ਮੁੰਡਾ ਵੀ ਹੱਸਦਾ ਹੋਇਆ ਆ ਰਿਹਾ ਸੀ, ਜੋ ਪਰੇ ਨੂੰ ਮੁੜ ਗਏ। ਦਿਲਰਾਜ ਫਿਰ ਬਾਹਰ ਨੂੰ ਆ ਗਿਆ। ਉਹ ਕੁੜੀ ਅਤੇ ਉਸ ਦੀ ਮਾਂ ਅਤੇ ਇਹ ਬੰਦਾ ਅਜੇ ਵੀ ਗੱਲਾਂ ਕਰ ਰਹੇ ਸਨ। ਉਹ ਫਿਰ ਕੁੜੀ ਵੱਲ ਦੇਖਣ ਲੱਗਾ। ਵਿੱਚ ਵਿਚਾਲੇ ਕੁੜੀ ਦੀ ਨਿਗਾਹ ਵੀ ਦਿਲਰਾਜ 'ਤੇ ਪਈ, ਪਰ ਦਿਲਰਾਜ ਉਸੇ ਵੇਲੇ ਹੋਰ ਪਾਸੇ ਦੇਖਣ ਲੱਗ ਪੈਂਦਾ।
ਇਸ ਵਾਰ ਕੁੜੀ ਦੀ ਨਿਗਾਹ ਜਦੋਂ ਉਸ ਨਾਲ ਮਿਲੀ ਤਾਂ ਕੁੜੀ ਨੇ ਭਰਵੱਟਾ ਚੱਕ ਕੇ ਦਿਲਰਾਜ ਨੂੰ ਇਸ਼ਾਰਾ ਕੀਤਾ, ਜਿਵੇਂ ਪੁੱਛ ਰਹੀ ਹੋਵੇ, ਹਾਂ ਕੀ ਆ। ਦਿਲਰਾਜ ਨੂੰ ਐਸੀ ਉਮੀਦ ਨਹੀਂ ਸੀ। ਉਹ ਸਿਰ ਤੋਂ ਪੈਰਾਂ ਤੱਕ ਕੰਬ ਗਿਆ। ਕਿਤੇ ਇਹ ਕੁੜੀ ਨਾਲ ਖੜੇ ਮਾਪਿਆਂ ਨੂੰ ਨਾ ਦੱਸ ਦੇਵੇ। ਉਹ ਹਰਬਰਾਹਟ ਵਿੱਚ ਕਾਹਲੀ ਨਾਲ ਅੰਦਰ ਚਲਾ ਗਿਆ। ਸੇਠ ਦੀ ਕੁੜੀ ਦਾ ਹਾਲੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਸੀ। ਉਹ ਸੋਚਣ ਲੱਗਾ, ਕਿਤੇ ਫਲਾਈਟ ਮਿਸ ਨਾ ਹੋ ਗਈ ਹੋਵੇ, ਨਹੀਂ ਤਾਂ ਏਅਰਪੋਰਟ ਵਾਲੇ ਇੰਨੀ ਦੇਰ ਨਹੀਂ ਲਾਉਂਦੇ। ਉਹ ਫਿਰ ਹੌਲੀ ਹੌਲੀ ਚਹਿਲ ਕਦਮੀ ਕਰਦਾ ਬਾਹਰ ਵੱਲ ਨੂੰ ਤੁਰ ਪਿਆ। ਦੇਖਿਆ ਤਾਂ ਸਾਹਮਣੇ ਉਹ ਕੁੜੀ ਅਤੇ ਉਸ ਦੇ ਮਾਪੇ ਉਸ ਵੱਲ ਹੀ ਦੇਖ ਰਹੇ ਸਨ। ਉਹ ਇੱਕਦਮ ਠਠੰਬਰ ਗਿਆ। ਲੈ ਬੇ ਦਿਲਰਾਜ, ਹੁਣ ਛਿੱਤਰ ਪਏ ਕੇ ਪਏ। ਉਹ ਮਨ ਵਿੱਚ ਹੀ ਸੋਚਣ ਲੱਗਾ। ਲੱਗਦਾ ਕੁੜੀ ਨੇ ਬੁੜੇ ਬੁੜੀ ਨੂੰ ਦੱਸਤਾ। ਉਸ ਦੇ ਪੈਰ ਥਾਂ ਹੀ ਜਾਮ ਹੋ ਗਏ। ਆਦਮੀ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਵੱਲ ਨੂੰ ਸੱਦਿਆ। ਦਿਲਰਾਜ ਹੋਰ ਜ਼ਿਆਦਾ ਘਬਰਾ ਗਿਆ। ਉਹ 1 ਇੰਚ ਨਾ ਉੱਥੋਂ ਹਿੱਲਿਆ। ਫਿਰ ਕੁੜੀ ਦੀ ਮਾਂ ਨੇ ਵੀ ਹੱਥ ਮਾਰਿਆ। ਦਿਲਰਾਜ ਨੇ ਫਿਰ ਹੌਸਲਾ ਜਿਹਾ ਕਰਕੇ ਸੋਚਿਆ ਕਿ ਮੈਂ ਕਿਹੜਾ ਕੁਛ ਕੀਤਾ ਹੈ, ਸਿਰਫ ਦੇਖਿਆ ਹੀ ਹੈ। ਸੋਚ ਕੇ ਉਹ ਉਹਨਾਂ ਵੱਲ ਨੂੰ ਤੁਰ ਪਿਆ। ਹਾਂ ਜੀ, ਦੱਸੋ, ਤੁਸੀਂ ਮੈਨੂੰ ਬੁਲਾਇਆ? ਉਸ ਨੇ ਕੋਲ ਜਾ ਕੇ ਆਦਮੀ ਨੂੰ ਪੁੱਛਿਆ ਤਾਂ ਆਦਮੀ ਨੇ ਇੱਕਦਮ ਉਸ ਵੱਲ ਦੇਖ ਕੇ ਕਿਹਾ, ਨਹੀਂ, ਅਸੀਂ ਤਾਂ ਤੁਹਾਡੇ ਪਿੱਛੇ ਉਹ ਖੜੇ ਸਮਾਨ ਚੁੱਕਣ ਵਾਲੇ ਕੁਲੀ ਨੂੰ ਆਵਾਜ਼ ਮਾਰੀ ਸੀ। ਦਿਲਰਾਜ ਸ਼ਰਮਿੰਦਾ ਜਿਹਾ ਹੋਇਆ ਇੱਕ ਪਾਸੇ ਨੂੰ ਹੋ ਗਿਆ। ਇੰਨੀ ਦੇਰ ਨੂੰ ਕੁਲੀ ਵੀ ਆ ਗਿਆ ਸੀ। ਦਿਲਰਾਜ ਨੇ ਦੂਰ ਖੜ ਕੇ ਉਹਨਾਂ ਵੱਲ ਦੇਖਿਆ ਤਾਂ ਕੁੜੀ ਉਸ ਵੱਲ ਦੇਖ ਕੇ ਮੁਸਕਰਾ ਰਹੀ ਸੀ। ਦਿਲਰਾਜ ਨੂੰ ਸ਼ਰਮਿੰਦਗੀ ਮਹਿਸੂਸ ਹੋਈ। ਕੁਲੀ ਨੇ ਉਹਨਾਂ ਦਾ ਸਮਾਨ ਚੁੱਕ ਕੇ ਗੱਡੀ ਵਿੱਚ ਰੱਖ ਦਿੱਤਾ, ਪਰ ਸਾਰਾ ਸਮਾਨ ਚੁੱਕੇ ਬਗੈਰ ਹੀ ਉਹ ਔਰਤ ਕੁੜੀ ਨੂੰ ਗਲੇ ਲੱਗ ਕੇ ਮਿਲੀ ਅਤੇ ਗੱਡੀ ਵਿੱਚ ਜਾ ਬੈਠੀ। ਕੁੜੀ ਉਹਨਾਂ ਨੂੰ ਬਾਏ ਬਾਏ ਕਰਨ ਲੱਗੀ ਤੇ ਗੱਡੀ ਉੱਥੋਂ ਚਲੀ ਗਈ। ਦਿਲਰਾਜ ਸੋਚਣ ਲੱਗਾ ਕਿ ਇਹ ਆਪਣੀ ਕੁੜੀ ਨੂੰ ਇੱਥੇ ਕਾਹਤੋਂ ਛੱਡ ਕੇ ਚਲੇ ਗਏ। ਫਿਰ ਉਸ ਦੇ ਦਿਮਾਗ ਵਿੱਚ ਆਇਆ ਕਿ ਕਿਤੇ ਇਹੀ ਉਸ ਦੀ ਸਵਾਰੀ ਤਾਂ ਨਹੀਂ। ਉਹ ਹੌਸਲਾ ਜਿਹਾ ਕਰਕੇ ਉਸ ਕੋਲ ਗਿਆ ਅਤੇ ਪੁੱਛਿਆ, ਆਪਨੇ ਚੰਡੀਗੜ੍ਹ ਕੋ ਜਾਣਾ ਹੈ ਕਿਆ? ਤਾਂ ਅੱਗੋਂ ਕੁੜੀ ਨੇ ਮੁਸਕਰਾ ਕੇ ਕਿਹਾ, तो क्या तुम दिलराज तो नहीं? दिलराज एकदम खुश ਹੁੰਦਾ ਬੋਲਿਆ, हाँ हाँ मैं ही दिलराज हूँ मैडम जी। घंटा हो गया आपको लभदियां, पर आप तो कोल ही खड़ी सी। लियाओ उठाओ सामान, चलिए, बाकी बातें गड्डी में करते हैं। अगे कवेला हो गया है, रुक जाओ 1 मिनट, आप ਇੱਥੇ खड़ो, मैं गड्डी अगे लेकर आता हूँ। मींह बहुत पै रहा है, आप भीज जाओगे, ਠੰਡ ਠੂੰਡ ਲੱਗ ਜਾਏਗੀ। ਕਹਿੰਦਾ ਉਹ ਬਾਰਿਸ਼ ਵਿੱਚ ਦੌੜਦਾ ਹੋਇਆ ਗੱਡੀ ਵੱਲ ਨੂੰ ਹੋ ਗਿਆ। ਗੱਡੀ ਸਟਾਰਟ ਕਰਕੇ ਬੈਕ ਕਰਕੇ ਉਹ ਬਰਾਮਦੇ ਕੋਲ ਲੈ ਆਇਆ। ਉੱਤਰ ਕੇ ਉਸ ਨੇ ਕੁੜੀ ਦਾ ਸਮਾਨ ਚੁੱਕ ਕੇ ਗੱਡੀ ਵਿੱਚ ਰੱਖ ਦਿੱਤਾ ਤੇ ਵਿਚਕਾਰਲੀ ਤਾਕੀ ਖੋਲ੍ਹ ਦਿੱਤੀ। ਮੈਡਮ ਜੀ, ਤੁਸੀਂ ਯਹਾਂ ਬੈਠੋ। ਕੁੜੀ ਗੱਡੀ ਵਿੱਚ ਆ ਬੈਠੀ ਤੇ ਉਸ ਨੇ ਤਾਕੀ ਬੰਦ ਕਰ ਦਿੱਤੀ। ਆਪ ਡਰਾਈਵਿੰਗ ਸੀਟ ਤੇ ਬੈਠ ਗੱਡੀ ਤੋਰ ਲਈ। ਬਾਰਿਸ਼ ਬਹੁਤ ਤੇਜ਼ ਸੀ। ਗੱਡੀ ਦੀ ਰਫ਼ਤਾਰ ਚਾਹ ਕੇ ਵੀ ਤੇਜ਼ ਨਹੀਂ ਸੀ ਕੀਤੀ ਜਾ ਸਕਦੀ। ਭਾਵੇਂ ਸ਼ੀਸ਼ੇ ਦੇ ਵਾਈਪਰ ਚੱਲ ਰਹੇ ਸਨ, ਪਰ ਫਿਰ ਵੀ ਪਾਣੀ ਵਿੱਚੋਂ ਸਾਹਮਣੇ ਤੋਂ ਆ ਰਹੀਆਂ ਲਾਈਟਾਂ ਬਿਖਰੀਆਂ ਬਿਖਰੀਆਂ ਅੱਖਾਂ ਵਿੱਚ ਪੈਂਦੀਆਂ। ਹਨੇਰਾ ਵੀ ਬਹੁਤ ਜ਼ਿਆਦਾ ਸੀ। ਗੱਡੀ ਸ਼ਹਿਰੋਂ ਬਾਹਰ GT ਰੋਡ ਤੇ ਆਣ ਚੜੀ। ਕੁੜੀ ਨੇ ਚੁੱਪੀ ਤੋੜਦਿਆਂ ਪੁੱਛਿਆ, दिलराज जी, चंडीगढ़ यहाँ से कितनी दूर है? ਇਸ ਤੋਂ ਬਾਅਦ ਬਾਕੀ ਦਾ ਅਗਲਾ ਹਿੱਸਾ ਅਗਲੇ ਐਪੀਸੋਡ ਦੇ ਵਿੱਚ।